ਮਾਤ ਪਿਤਾ ਸੁਤ ਸਾਥ ਨਾ ਮਾਇਆ। ਸਾਧ ਸੰਗ ਸਭ ਦੁਖ ਮਿਟਾਇਆ। ਮਾਤ ਪਿਤਾ ਸੁਤ ਸਾਥ ਨਾ ਮਾਇਆ। ਸਾਧ ਸੰਗ ਸਭ ਦੁਖ ਮਿਟਾਇਆ। ਰਬ ਰਹਿਆ ਪ੍ਰਭ ਸਭ ਮੈਂ ਆਪੇ। ਹਰ ਜਪ ਰਸਨਾ ਦੁਖ ਨਾ ਵਿਆਪੇ। ਰਹਾਉ ਤਿੱਖਾ ਭੂਖ ਬਹੁ ਤਪਤ ਵਿਆਪਿਆ। ਤਿੱਖਾ ਭੂਖ ਬਹੁ ਤਪਤ ਵਿਆਪਿਆ। ਸੀਤਲ ਭਏ ਹਰ ਹਰ ਜਸ ਜਪਿਆ। ਕੋਟ ਜਤਨ ਸੰਤੋਖ ਨਾ ਪਾਇਆ। ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਦੇਹ ਪ੍ਰਗ ਭਗਤ ਪ੍ਰਭ ਅੰਤਰਜਾਮੀ। ਨਾਨਕ ਕੀ ਬੇਅੰਤ ਸੁਆਮੀ। ਦੇਹ ਪ੍ਰਭ ਭਗਤ ਪ੍ਰਭ ਅੰਤਰਜਾਮੀ। ਨਾਨਕ ਕੀ ਬੇਨੰਤੀ ਸੁਆਮੀ। ਚਬਰ ਛਤਰ ਤਖਤ ਦਾ ਮਾਲਕ ਗੁਰੂ ਗੋਦ ਵਿੱਚ ਜੁੜ ਬੈਠੇ ਸੁਭਾਈਮਾਨ ਸਤਸੰਗੀ ਪਿਆਰਿਓ, ਆਪ ਸਭ ਵਡਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਹੋਏ ਹੋ। ਗੁਰੂ ਕਿਰਪਾ ਕਰੇ ਸਾਡੀ ਗਿਆਨ ਦੀ ਜੋ ਕਟੋਰੀ ਹੈ, ਤਿਜੋਰੀ ਹੈ, ਇਹਦੇ ਵਿੱਚ ਵਾਧਾ ਕਰੇ। ਅਸੀਂ ਗੁਰੂ ਤੋਂ ਵਿਵੇਕ ਬੁੱਧ ਪ੍ਰਾਪਤ ਕਰ ਸਕਗੇ, ਸਿਆਣਪ ਲੈ ਸਕਗੇ। ਆਓ ਗੁਰੂ ਕੀ ਮੱਤ ਪ੍ਰਾਪਤ ਕਰਨ ਤੋਂ ਪਹਿਲਾਂ ਆਪਸ ਵਿੱਚ ਸਾਰਿਆਂ ਨੇ ਗੁਰਫਤਿਹ ਦੀ ਸਾਂਝ ਪਾਉਣੀ। ਇੱਕੇ ਵਾਰ ਕਹਿਣ ਤੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਬਚਨ ਆਪਾਂ ਬਿਲਾਵਲ ਰਾਗ ਦੇ ਵਿੱਚੋਂ ਪੜ੍ਹਿਆ ਹੈ। ਬਿਲਾਵਲ ਮਹੱਲਾ ਪੰਜਵਾਂ। ਰਹਾਉ ਦਾ ਬੰਦ ਜੋ ਸ਼ਬਦ ਦਾ ਸਾਰ ਹੁੰਦਾ, ਉਹਦੇ ਵਿੱਚ ਪੂਰੀ ਜਾਣਕਾਰੀ, ਵਿਆਖਿਆ ਪੂਰੇ ਸ਼ਬਦ ਦੀ ਕੀਤੀ ਹੁੰਦੀ ਆ। ਇਸ਼ਾਰਾ ਹੁੰਦਾ ਵੀ ਕਰਨਾ ਕੀ ਆ, ਕਰ ਕੀ ਰਹਾਂਗਾ। ਆਓ ਆਪਾਂ ਰਹਾਉ ਦੇ ਬੰਦ ਵੱਲ ਨਿਗਾਹ ਮਾਰੀਏ। ਰਬ ਰਹਿਆ ਪ੍ਰਭ ਸਭ ਮੈਂ ਆਪੇ। ਹਰ ਜਪ ਰਸਨਾ ਦੁਖ ਨਾ ਵਿਆਪੇ। ਰਹਾਉ ਬੜੀ ਵਧੀਆ ਗੱਲ ਕਹੀ ਆ। ਕਹਿੰਦੇ ਉਹ ਪਰਮਾਤਮਾ ਸਾਰੇ ਥਾਵਾਂ ਦੇ ਵਿੱਚ ਆਪ ਵਿਆਪਕ ਹੈ।
ਆਪ ਹਾਜ਼ਰ ਨਾਜ਼ਰ ਹੈ ਸਾਰੇ ਥਾਵਾਂ 'ਚ। ਚਲੋ ਇਸ ਗੱਲ ਨੂੰ ਇਉਂ ਕਹਿ ਲਈਏ ਆਪਾਂ ਵੀ ਇਹਦੇ ਬਾਰੇ ਸਾਨੂੰ ਪਤਾ ਵੀ ਉਹ ਸਾਰੇ ਥਾਵਾਂ ਤੇ ਆਪ ਹਾਜ਼ਰ ਹੈ। ਸਾਰੇ ਥਾਵਾਂ ਤੇ ਹਾਜ਼ਰ ਰਹਿਣ ਵਾਲਾ ਵਾਹਿਗੁਰੂ ਕਰਦਾ ਕੀ ਹੈ? ਸਾਡੇ ਤੇ ਉਸ ਮਾਲਕ ਪਰਮਾਤਮਾ ਦੀ ਸਵੱਲੀ ਨਿਗਾਹ, ਪਿਆਰ ਦੀ ਨਿਗਾਹ, ਦ੍ਰਿਸ਼ਟੀ ਕਦੋਂ, ਕਿੱਥੇ ਤੇ ਕਿਵੇਂ ਪਵੇਗੀ, ਕੀ ਵੇਖਣਾ ਆਪਾਂ। ਫਿਰ ਉਹ ਸਭ ਤੋਂ ਵਧੀਆ ਕਾਰਜ ਜਿਹੜਾ ਪਰਮਾਤਮਾ ਕਰਦਾ ਉਹ ਇਹ ਕਰਦਾ ਹੈ, ਸਾਰਿਆਂ ਵਿੱਚ ਰਹਿੰਦਾ ਹੋਇਆ, ਸਾਰਿਆਂ ਦੇ ਵਿੱਚ ਵਿਚਰਦਾ ਹੋਇਆ, ਮਾਤਾ ਪਿਤਾ ਭੈਣ ਭਾਈ ਜੋ ਵੀ ਆਪਣੇ ਇਰਦ ਗਿਰਦ ਸਾਡੇ ਮਿੱਤਰ ਨੇ, ਸਾਡੇ ਦੋਸਤ ਨੇ, ਸਾਡਾ ਪਰਿਵਾਰ ਹੈ, ਇਹ ਪਰਮਾਤਮਾ ਸਾਰਿਆਂ ਦੇ ਅੰਦਰ ਹੀ ਜੋ ਰਮਿਆ ਹੋਇਆ, ਪਰਿਵਾਰ 'ਚ ਵੀ ਆ, ਮਿੱਤਰਾਂ 'ਚ, ਦੋਸਤਾਂ 'ਚ, ਸਭ 'ਚ ਆ। ਫਿਰ ਉਹ ਬਖਸ਼ਿਸ਼ ਕੀ ਕਰਦਾ? ਹੁਣ ਸਤਿਗੁਰੂ ਪਾਤਸ਼ਾਹ ਨੇ ਅੱਗੇ ਬਖਸ਼ਿਸ਼ ਕੀਤੀ ਹੈ, ਦੱਸਿਆ, ਕਹਿੰਦੇ ਉਹਦਾ ਇੱਕ ਨਿਯਮ ਆ ਉਹ ਪਰਮਾਤਮਾ ਦਾ। ਉਹ ਨਿਯਮ ਕਿਹੜਾ? ਉਹ ਪਰਮਾਤਮਾ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਹਦਾ ਸੁਭਾਅ ਮੁੱਢ ਕਦੀਮੀ ਤੋਂ ਪਹਿਲ ਪੁਰ ਸਾਬਰਾ, ਮੁੱਢ ਕਦੀਮੀ ਪਹਿਲੋਂ ਪਹਿਲ ਤੋਂ ਸਭ ਤੋਂ ਜਿਹੜਾ ਵਧੀਆ ਸੁਭਾਅ ਉਹਦਾ ਇਹੀ ਆ, ਉਹ ਹਰ ਇੱਕ ਤੇ ਤਰਸ ਕਰਦਾ। ਇੱਥੇ ਸਵਾਲ ਫਿਰ ਸਾਡਾ ਫਿਰ ਬਣ ਜੂ ਵੀ ਕੀ ਉਹਨੂੰ ਅੱਜ ਇਦਾਂ ਦੇ ਜੋ ਹਾਲਾਤ ਨੇ ਇਹਨਾਂ ਤੇ ਤਰਸ ਨਹੀਂ ਆਉਂਦਾ? ਆਉਂਦਾ, ਐਸੀ ਗੱਲ ਨਹੀਂ ਵੀ ਨਹੀਂ ਤਰਸ ਆਉਂਦਾ, ਆਉਂਦਾ। ਪਰ ਉਹ ਤਰਸ ਉਹਨਾਂ ਤੇ ਕਰਦਾ ਜਿਹੜੇ ਤਰਸ ਕਰਵਾਉਣ ਦੇ ਲਾਇਕ ਹੁੰਦੇ ਆ, ਪਾਤਰ ਹੁੰਦੇ ਨੇ। ਸੌਖਾ ਸਮਝ ਲਓ, ਪਾਣੀ ਨਾਲ, ਮੀਂਹ ਦੀ ਵਰਖਾ ਦਾ ਪਾਣੀ ਪੈ ਰਿਹਾ ਹੈਗਾ, ਉਹੀ ਭਾਂਡਾ ਭਰਿਆ ਜਿਹਦਾ ਮੂੰਹ ਉੱਪਰ ਨੂੰ ਸੀ ਤੇ ਖੁੱਲਾ ਸੀ। ਭਾਂਡਾ ਉਹ ਵੀ ਨਾਲ ਹੀ ਹੈ ਜਿਹਦਾ ਮੂੰਹ ਖੁੱਲਾ ਵੀ ਸੀ ਪਰ ਉੱਪਰ ਨੂੰ ਨਹੀਂ ਸੀ, ਉਹ ਖਾਲੀ ਰਹਿ ਗਿਆ। ਇਹ ਕੌਣ ਹੈ? ਮਨਮੁਖ। ਭਾਂਡੇ ਦਾ ਮੂੰਹ ਖੋਲਿਆ ਤਾਂ ਜ਼ਰੂਰ ਸੀ, ਪਰ ਉਹ ਭਾਂਡੇ ਦਾ ਮੂੰਹ ਵਾਹਿਗੁਰੂ ਵੱਲ ਨਹੀਂ ਕੀਤਾ। ਵਰਖਾ ਜਿੱਧਰੋਂ ਆ ਰਹੀ ਸੀ ਵਰਖਾ ਵੱਲ ਨਹੀਂ ਕੀਤਾ, ਖਾਲੀ ਰਹਿ ਗਿਆ। ਇਵੇਂ ਜਿਵੇਂ ਸਾਡੀ ਕਹਾਣੀ, ਉਹ ਤਰਸ ਮੰਨਦਾ, ਐਸੀ ਗੱਲ ਨਹੀਂ ਵੀ ਨਹੀਂ ਤਰਸ ਮੰਨਦਾ, ਤਰਸ ਮੰਨਦਾ, ਪਰ ਉਹ ਤਰਸ ਮੰਨਣ ਵਾਲਾ ਦਾਤਾ ਮੰਨਦਾ ਕੀ ਤੇ ਹੈ? ਜਿਹੜੇ ਤਰਸ ਦੇ ਪਾਤਰ ਬਣ ਜਾਂਦੇ ਆ, ਜਿਨ੍ਹਾਂ ਨੇ ਉਹ ਮਾਲਕ ਪਰਮੇਸ਼ਰ ਦੇ ਨਾਲ ਮਿਲ ਕੇ ਆਪਣੇ ਹਿਰਦੇ ਦੀ ਤਜੌਰੀ ਦਾ ਮੂੰਹ ਖੋਲ ਲਿਆ। ਬਸ ਇੰਨੀ ਕਹਾਣੀ ਆ। ਫਿਰ ਜਦੋਂ ਉਹ ਤਰਸ ਖਾਂਦਾ ਨਾ ਸਾਡੇ ਤੇ, ਦਇਆ ਕਰਦਾ ਹੈ, ਫਿਰ ਉਹਦੇ ਅੰਦਰ ਦਾ ਜਿਹੜਾ ਸੁਭਾਅ ਉਹ ਪ੍ਰਗਟ ਹੋ ਜਾਂਦਾ। ਉਹ ਕਿਹੜਾ ਸੁਭਾਅ ਗਾ? ਹਰ ਜਪ ਰਸਨਾ ਦੁੱਖ ਨਾ ਵਿਆਪੇ। ਉਹ ਬੋਲ ਪੈਂਦਾ, ਪੁੱਤਰ ਜੀ ਤੂੰ ਆਪਣੀ ਜ਼ੁਬਾਨ ਦੇ ਨਾਲ ਰੱਬ ਦੇ ਗੁਣ ਗਾ। ਪਰਮੇਸ਼ਰ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਨਾ, ਜਿਹਨੂੰ ਗੁਰਬਾਣੀ ਨੇ ਹੁਣੀ ਕਿਹਾ ਵੀ ਸਾਰਿਆਂ ਦੇ ਵਿੱਚ ਆ, ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਨਾ ਹੋਵੇ। ਰਾਮ ਬੋਲੇ, ਰਾਮਾ ਬੋਲੇ, ਸਭੈ ਘਟ ਰਾਮ ਬੋਲੇ। ਰਾਮ ਬਿਨਾ ਕੋਈ ਵੀ ਨਹੀਂ ਐਸਾ ਜਿਹੜਾ ਰਾਮ ਤੋਂ ਬਿਨਾ, ਪਰਮਾਤਮਾ ਤੋਂ ਬਿਨਾ ਬੋਲਦਾ ਹੋਵੇਗਾ। ਸਭੈ ਘਟ ਰਾਮ ਬੋਲੇ। ਹੁਣ ਇੱਥੋਂ ਚਲੋ ਇਹ ਗੱਲ ਕਲੀਅਰ ਹੋ ਗਈ ਵੀ ਪਰਮਾਤਮਾ ਹਰ ਥਾਂ ਹਾਜ਼ਰ ਹੈ, ਪਰਮਾਤਮਾ ਹਰੇਕ ਤੇ ਤਰਸ ਕਰਦਾ। ਅਸੀਂ ਸਵਾਲ ਕੀਤਾ ਸੀ ਸਾਡੇ ਤਰਸ ਕਿਉਂ ਨਹੀਂ ਕਰ ਦਿੱਤਾ? ਫਿਰ ਵਾਹਿਗੁਰੂ ਜੀ ਨੇ ਉਹ ਸਵਾਲ ਦਾ ਜਵਾਬ ਸਾਨੂੰ ਆਪ ਹੀ ਦੇ ਦਿੱਤਾ। ਜਾਂ ਆਪਾਂ ਗੁਰੂ ਪਾਤਸ਼ਾਹ ਨੂੰ ਕੀਤਾ ਹੋਇਆ ਜੋ ਪ੍ਰਸ਼ਨ ਸੀ ਉਹਦਾ ਜਵਾਬ ਲੈ ਲਿਆ। ਹੁਣ ਜਵਾਬ ਉੱਥੇ ਖੜਾ, ਜਵਾਬ ਕਿਵੇਂ ਆਇਆ? ਹਰ ਪਰਮਾਤਮਾ ਹਰੀ, ਰਸਨਾ ਸਾਡੀ ਜ਼ੁਬਾਨ,
ਆਪਣੀ ਜ਼ੁਬਾਨ ਦੇ ਨਾਲ ਹਰੀ ਪਰਮਾਤਮਾ ਦਾ ਰੋਜ਼ਾਨਾ ਤੈ ਜਾਪ ਕਰਨਾ। ਬਸ ਆਹ ਕੰਮ ਤੇਰੀ ਕਿਰਿਆ ਦੇ ਵਿੱਚ ਪੱਕਾ ਹੋਣਾ ਅਤੀ ਜ਼ਰੂਰੀ ਆ। ਇਹਦੇ ਪਰਥਾਏ ਤਾਂ ਚਲੋ ਇਤਿਹਾਸ ਵਿੱਚੋਂ ਸਾਨੂੰ ਇਸ਼ਾਰਾ ਮਿਲ ਜਾਂਦਾ, ਪਿੱਛੇ ਤੇ ਫੌਜਾਂ ਚੜ੍ਹ ਕੇ ਆ ਰਹੀਆਂ ਨੇ, ਜਿਹੜਾ ਮੌਸਮ ਆਗਾ ਉਹ ਬਹੁਤ ਸਾਡੀ ਭਾਵਨਾ ਅਨੁਸਾਰ ਬਦਲ ਚੁੱਕਿਆ ਹੈਗਾ। ਅਸੀਂ ਕਵਾਂਗੇ ਵੀ ਭਾਵ ਮੌਸਮ ਵੀ ਇੰਨਾ ਕੁ ਖਰਾਬ ਆ ਜਿਹਦਾ ਅੰਦਾਜ਼ਾ ਨਹੀਂ ਲਾ ਸਕਦਾ। ਮੀਂਹ ਵੀ ਪੈ ਰਹੇ ਨੇ, ਨਦੀਆਂ ਨਾਲੇ ਵੀ ਚੜ੍ਹ ਕੇ ਆ ਰਹੇ ਨੇ। ਮਤਲਬ ਦੁਸ਼ਮਣ ਇੱਕ ਨਹੀਂ ਅਨੇਕ ਹੀ ਬਣ ਗਏ। ਕੁਦਰਤ ਦਾ ਨਿਯਮ ਆ, ਬਨਸਪਤੀ, ਆਮ ਮਨੁੱਖਤਾ, ਨਿੱਕੇ ਨਿੱਕੇ ਜੀਵ ਅਕਸਰ ਜਦੋਂ ਪਰਮਾਤਮਾ ਦੀ ਨਿਗਾਹ ਉਪੱਠੀ ਹੋ ਜਾਵੇ ਤਾਂ ਉਹ ਵੀ ਦੁਸ਼ਮਣ ਬਣ ਜਾਂਦੇ ਨੇ। ਇਸ਼ਾਰਾ ਕੀ ਆ? ਭਾਵ ਇੱਥੇ ਕੋਈ ਦੁਸ਼ਮਣ ਚੜ੍ਹ ਕੇ ਆਉਣ ਦਾ ਖਤਰਾ ਨਹੀਂ, ਮੌਸਮ ਬਦਲ ਗਿਆ ਉਹਦਾ ਕੋਈ ਖਤਰਾ ਨਹੀਂ, ਕਿਸੇ ਤਰ੍ਹਾਂ ਦੀ ਹੋਰ ਆਫਤ ਇਧਰੋਂ ਉਧਰੋਂ ਆ ਰਹੀ ਹੈ ਉਹਦਾ ਕੋਈ ਖਤਰਾ ਨਹੀਂ। ਕੀਤਾ ਕੀ ਆ? ਜੋ ਗੱਲ ਇੱਥੇ ਵਾਹਿਗੁਰੂ ਜੀ ਨੇ ਲਿਖੀ ਹੈ ਨਾ, ਤੇ ਕੀਤਾ ਕੀ ਆ? ਆਹ ਕੁਛ ਕੀਤਾ ਕਿਹੜਾ? ਪਰਮੇਸ਼ਰ ਨੂੰ ਯਾਦ ਕਰਨਾ, ਉਹਦੀ ਬੰਦਗੀ ਕਰਨੀ, ਬਸਾਰੀ ਨਹੀਂ ਹੈ। ਆਹ ਕੰਮ ਕਰ ਗਏ। ਇੱਥੇ ਲਿਖਿਆ ਵੀ ਇਹੀ ਆ, ਹਰ ਜਪ ਰਸਨਾ ਦੁੱਖ ਨਾ ਵਿਆਪੈ। ਜਦੋਂ ਤੂੰ ਆਪਣੀ ਜ਼ੁਬਾਨ ਨਾਲ, ਆਪਣੀ ਰਸਨਾ ਦੇ ਨਾਲ ਪਰਮੇਸ਼ਰ ਨੂੰ ਯਾਦ ਕਰੇਗਾ, ਉਹ ਦੁੱਖ ਤੈਨੂੰ ਤੇਰੇ ਤੱਕ ਪਹੁੰਚਣ ਨਹੀਂ ਦੇਵੇਗਾ। ਲਫ਼ਜ਼ ਕੀ ਵਰਤਿਆ? ਦੁੱਖ ਤੇਰੇ ਤੱਕ। ਦੁੱਖ ਸਰੀਰ ਤੱਕ ਤਾਂ ਪਹੁੰਚ ਗਿਆ, ਦੁੱਖ ਤਨ ਤੱਕ, ਪਰਿਵਾਰ ਤੱਕ ਤਾਂ ਪਹੁੰਚ ਗਿਆ, ਪਰ ਤੇਰੇ ਤੱਕ ਨਹੀਂ ਪਹੁੰਚਣ ਦੇਵੇਗਾ। ਇਹ ਇਸ਼ਾਰਾ ਸਮਝਣਾਗਾ ਆਪਾਂ। ਤੇਰਾ ਕੌਣ ਆ? ਜਿੱਥੇ ਪਰਮਾਤਮਾ ਬੈਠਾ, ਉਹ ਵਾਹਿਗੁਰੂ ਜੀ, ਮਾਲਕ ਜੀ ਸੁਭਾਏਮਾਨ ਨੇ ਸਾਡੇ ਅੰਦਰ, ਆਤਮਾ ਦੇ ਵਿੱਚ। ਆਤਮਾ ਨੂੰ ਕੋਈ ਵੀ ਦੁਨੀਆ ਦੇ ਵਿੱਚ ਚੱਲਿਆ ਹੋਇਆ ਕਿਸੇ ਤਰ੍ਹਾਂ ਦਾ ਵਾਇਰਸ, ਬਿਮਾਰੀ ਨਹੀਂ ਚੰਬੜਦੀ। ਇਹ ਧਿਆਨ ਚ ਰੱਖਣੀ ਇਹ ਗੱਲ। ਸਾਡੀ ਆਤਮਾ ਨੂੰ, ਹਾਂ ਸਾਡੇ ਸਰੀਰ ਨੂੰ ਰੋਗ ਬਹੁਤ ਚੁੰਬੜਦੇ ਨੇ, ਪਰ ਸਰੀਰ ਨੂੰ ਰੋਗ ਚੁੰਬੜੇ ਹੋਏ ਸਾਡੇ ਅੰਦਰ ਘਰ ਕਰ ਜਾਂਦੇ ਨੇ, ਤੇ ਉਹਨਾਂ ਰੋਗਾਂ ਤੋਂ ਮੁਕਤ ਹੋਣਾ, ਬਚਣਾ ਸਾਡੇ ਲਈ ਔਖਾ ਹੋ ਜਾਂਦਾ। ਬਸ ਇੰਨੀ ਕੁ ਕਹਾਣੀ ਹੈ। ਮਤਲਬ ਰੋਗ ਤਨ ਤੋਂ ਸਾਡੇ ਮਨ ਤੱਕ ਪਹੁੰਚ ਗਿਆ, ਮਨ ਤੇ ਅਟੈਕ ਕਰ ਗਿਆ। ਮਨ ਤੇ ਅਟੈਕ ਕੀਤੇ ਹੋਏ ਤਨ ਦੇ ਰੋਗ ਨੇ ਪੂਰੀ ਦੀ ਪੂਰੀ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਤੇਰੇ ਤੱਕ ਭਾਈ ਰੋਗ ਨਹੀਂ ਪਹੁੰਚਣ ਦਿੰਦਾ। ਇਹ ਰੱਬ ਦਾ, ਗੁਰੂ ਦਾ, ਪਰਮੇਸ਼ਰ ਪਰਮਾਤਮਾ ਦਾ ਸੁਭਾਅ। ਇਸ ਗੱਲ ਨੂੰ 101% ਆਪਾਂ ਯਕੀਨ 'ਚ ਲੈ ਕੇ ਆਉਣਾ। ਜੇ ਯਕੀਨ 'ਚ ਨਹੀਂ ਲੈ ਕੇ ਆਵਾਂਗੇ ਫਿਰ ਨਹੀਂ ਗੱਲ ਬਣਨੀ। ਵਿਸ਼ਵਾਸ ਬਣਾਉਣਾ ਅਤੀ ਜ਼ਰੂਰੀ ਆ। ਆਮ ਹੀ ਕਹਾਵਤ ਆ, ਰੋਗ ਦੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਤੇ ਦਵਾਈ ਤੇ ਵਿਸ਼ਵਾਸ ਹੋਣਾ ਜ਼ਰੂਰੀ ਆ। ਜੇ ਵਿਸ਼ਵਾਸ ਹੀ ਨਹੀਂ ਹੈ ਤਾਂ ਜਿੰਨਾ ਮਰਜ਼ੀ ਡਾਕਟਰ ਵਧੀਆ ਆਪਣੇ ਵੱਲੋਂ ਟ੍ਰੀਟਮੈਂਟ ਕਰੇ, ਤਾਂ ਉਹਦੇ ਤੇ ਸਾਨੂੰ ਯਕੀਨ ਨਾ ਹੋਣ ਕਰਕੇ ਅਸੀਂ ਖੁਸ਼ੀ ਦੇ, ਤੰਦਰੁਸਤੀ ਦੇ ਪਾਤਰ ਨਹੀਂ ਬਣ ਸਕਾਂਗੇ। ਇਸੇ ਕਰਕੇ ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਨੇ ਕਹਿਤਾ, ਤੇਰੇ ਤੱਕ ਨਾ ਰੋਗ ਭੇਜਣ ਦੀ ਗਰੰਟੀ ਇਹ ਮਾਲਕ ਦੀ ਆ, ਉਹ ਭੇਜੇਗਾ ਨਹੀਂ। ਪਰ ਇੰਨੀ ਗੱਲ ਜ਼ਰੂਰ ਰੱਖੋ, ਤੇਰੇ ਤੱਕ ਕਿਹਾਗਾ। ਤਨ ਤੱਕ ਪਹੁੰਚ ਸਕਦਾ, ਪਰਿਵਾਰ ਤੱਕ ਪਹੁੰਚ ਸਕਦਾ, ਸੰਸਾਰ ਤੱਕ ਪਹੁੰਚ ਸਕਦਾ, ਤੇਰੇ ਤੱਕ। ਉਹ ਤੇਰਾ ਕੌਣ ਆ? ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਭਾਵ ਮੈਂ ਨਿਕਲ ਗਈ, ਤੂੰ ਆਵੜਿਆ। ਤੂੰ ਕੌਣ ਆ? ਪਰਮਾਤਮਾ। ਤੂੰ ਮੀਨਜ ਤੇਰਾ। ਕੱਲ ਆਪਾਂ ਤੇਰੇ ਦੀ ਗੱਲ ਕੀਤੀ ਸੀਗੀ। ਤੇਰਾ ਵਿੱਚ ਬਹੁਤ ਵੱਡੀ ਬਖਸ਼ਿਸ਼ ਆ। ਤੇਰਾ, ਮੇਰਾ ਕੁਛ ਨਹੀਂ, ਤੇਰੇ ਹੀ ਆ। ਤੇਰਾ ਜਦੋਂ ਤੇਰੇ ਤੱਕ ਗੁਰੂ ਨੇ ਗੱਲ ਕੀਤੀ, ਰੋਗ ਤਕਲੀਫ ਨਹੀਂ ਪਹੁੰਚੇਗੀ। ਫਿਰ ਦੁਨੀਆ ਦੇ ਵਿੱਚ ਜਿੰਨੀ ਮਰਜ਼ੀ ਵੱਡੀ ਤੋਂ ਵੱਡੀ ਆਫਤ ਆ ਜਾਵੇ ਤੇ ਤੂੰ ਘਬਰਾਵੇਂਗਾ ਨਹੀਂ। ਰਹਾਓ। ਫਿਰ ਅੱਗੇ ਪਾਤਸ਼ਾਹ ਨੇ ਲਿਖਿਆਗਾ,
ਇਹ ਕੰਮ ਕੇਵਲ ਤੇ ਕੇਵਲ ਪਰਮਾਤਮਾ ਹੀ ਕਰ ਸਕਦਾ। ਗੁਰੂ ਸਾਹਿਬ ਨੇ ਲਿਖਿਆ ਹੈਗਾ, ਉੱਥੇ ਉਦਾਹਰਨਾਂ ਦਿੱਤੀਆਂ ਨੇ, ਮਾਤ ਪਿਤਾ ਸੁੱਤ ਸਾਥ ਨਾ ਮਾਇਆ। ਨਾ ਤੇਰੇ ਤੱਕ ਮਾਂ ਦੀ ਪਹੁੰਚ ਆ, ਨਾ ਤੇਰੇ ਤੱਕ ਪਿਤਾ ਦੀ ਪਹੁੰਚ ਆ, ਨਾ ਤੇਰੇ ਤੱਕ ਸਾਥੀਆਂ ਦੀ ਪਹੁੰਚ ਆ, ਤੇ ਨਾ ਪੁੱਤਰਾਂ ਦੀ ਪਹੁੰਚ ਆ। ਚਾਰ ਚੀਜ਼ਾਂ ਸਾਡੇ ਸਰੀਰ ਨਾਲ ਸੰਬੰਧਿਤ ਸਰੀਰਕ ਤਲ ਤੇ ਹੀ ਉਹਨਾਂ ਦਾ ਜ਼ਿਕਰ ਕਰ ਦਿੱਤਾ, ਮਾਂ ਪਿਓ ਪੁੱਤ ਤੇ ਸਾਥੀ। ਚਾਰ ਹੀ ਨੇੜੇ ਨੇ, ਇੱਕ ਚੀਜ਼ ਬਾਕੀ ਰਹਿ ਗਈ। ਜਿਹੜੀ ਬਾਕੀ ਰਹਿ ਗਈ ਉਹਦਾ ਜ਼ਿਕਰ ਕੀਤਾ ਮਾਇਆ। ਪਾਤਸ਼ਾਹ ਜੀ ਕਹਿੰਦੇ ਫਿਰ ਮਾਇਆ ਵੀ ਕੰਮ ਨਹੀਂ ਆਊਗੀ, ਉਹ ਵੀ ਕਿਸੇ ਲੇਖੇ 'ਚ ਨਹੀਂ ਪੈਣੀਗੀ। ਅੱਜ ਨਿਗਾਹ ਮਾਰ ਕੇ ਵੇਖ ਲਵੋ, ਜੇ ਕੰਮ ਆਵੇਗਾ ਤਾਂ ਪਰਮਾਤਮਾ ਦਾ ਨਾਮ ਆਵੇਗਾ, ਜੇ ਕੰਮ ਆਵੇਗਾ ਤਾਂ ਵਾਹਿਗੁਰੂ ਪਰਮਾਤਮਾ ਵੱਲੋਂ ਦਿੱਤੀ ਹੋਈ ਵਿਵੇਕ ਬੁੱਧੀ ਸਿਆਣਪੀ ਕੰਮ ਆਵੇਗੀ। ਤਾਂ ਇੱਥੇ ਇਹ ਗੱਲ ਨਹੀਂ ਵੀ ਮਾਤਾ ਪਿਤਾ ਪੁੱਤਰ ਧੀ ਸਾਥੀਆਂ ਦੇ ਰਿਸ਼ਤੇ ਗੁਰੂ ਸਾਹਿਬ ਨੇ ਭੰਡੇ ਨੇ, ਭੰਡੇ ਨਹੀਂ, ਬਦਨਾਮ ਨਹੀਂ ਕੀਤੇ ਗਏ। ਫਿਰ ਤਾਂ ਅਸੀਂ ਕਵਾਂਗੇ ਫਿਰ ਮਾਂ ਪਿਓ ਨੂੰ ਜਵਾਕ ਜੰਮਣ ਦੀ ਕੀ ਲੋੜ ਆ? ਲੋੜ ਹੀ ਨਹੀਂ ਹੈ। ਫਿਰ ਤਾਂ ਮਾਤਾ ਪਿਤਾ ਨੂੰ ਜਵਾਕ ਜੰਮਣ ਦੀ ਲੋੜ ਨਹੀਂ, ਤੇ ਬੱਚਿਆਂ ਨੂੰ ਮਾਪਿਆਂ ਨੂੰ ਮਾਂ ਪਿਓ ਕਹਿਣ ਦੀ ਲੋੜ ਹੀ ਨਹੀਂ। ਫਿਰ ਤਾਂ ਗੱਲ ਹੀ ਖਤਮ ਆ। ਦੋਸਤ ਮਿੱਤਰ ਬਣਾਉਣ ਦੀ ਲੋੜ ਨਹੀਂ ਹੈ, ਫਿਰ ਤਾਂ ਗੱਲ ਢਾਂਚਾ ਖਤਮ ਹੀ ਬਸ। ਅੱਛਾ, ਕਰਨਾ ਕੀ ਆ ਇੱਥੇ? ਵੇਖਣਾ ਵੀ ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿੰਦਿਆਂ ਹੋਇਆ ਮਨੁੱਖ ਦੁਖੀ ਆ। ਕਿਸੇ ਨੇ ਵੀ ਸਾਡੇ ਦੁੱਖ ਤੱਕ, ਜਿਹੜੀ ਪਹਿਲੀ ਗੱਲ ਕਹੀ ਹੈ ਤੇਰੇ ਤੱਕ, ਸਾਡੇ ਤੱਕ ਪਹੁੰਚ ਨਹੀਂ ਕੀਤੀ। ਨਾ ਮਾਂ ਨੇ, ਨਾ ਬਾਪ ਨੇ, ਨਾ ਸਾਥੀਆਂ ਨੇ, ਨਾ ਸਾਡੇ ਜੀਵਨ ਵਿੱਚ ਪੁੱਤਰ ਧੀਆਂ ਨੇ, ਨਾ ਮਾਇਆ ਨੇ। ਮਾਇਆ ਵੱਡੀ ਆ, ਪਰ ਮਾਇਆ 'ਚ ਤੰਦਰੁਸਤੀ ਨਹੀਂ ਹੈ, ਮਾਇਆ 'ਚ ਸ਼ਾਂਤੀ ਨਹੀਂ ਹੈ, ਸਹਿਜ ਨਹੀਂ ਹੈ। ਮਾਇਆ ਨਾਲ ਆਨੰਦ ਨਹੀਂ ਖਰੀਦਿਆ ਜਾਂਦਾ, ਮਾਇਆ ਨਾਲ ਤੰਦਰੁਸਤੀ ਨਹੀਂ ਖਰੀਦੀ ਜਾਂਦੀ, ਮਾਇਆ ਨਾਲ ਸਾਡੇ ਅੰਤਰ ਆਤਮਾ ਤੱਕ ਕੋਈ ਵੀ ਕਾਰਜ ਨਹੀਂ ਕੀਤਾ ਜਾ ਸਕਦਾ। ਮਾਇਆ ਬਾਹਰੀ ਤੌਰ ਤੇ ਆ, ਮਾਇਆ ਗੁਜਰਾਨ ਹੈ। ਛੇਵੇਂ ਪਾਤਸ਼ਾਹ ਨੇ ਇਤਿਹਾਸਕ ਵਚਨ ਲਿਖਿਆ ਹੈ ਨਾ, ਪੁੱਤਰ ਈਮਾਨ ਮਾਇਆ ਗੁਜਰਾਨ ਤੇ ਦੌਲਤ ਵਾਹਿਗੁਰੂ, ਉਹ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕੰਮ ਨਹੀਂ ਕਰੇਗੀ। ਇਸੇ ਕਰਕੇ ਗੁਰੂ ਸਾਹਿਬ ਨੇ ਕਹਿ ਦਿੱਤਾ ਭਾਈ ਇਹ ਸਾਡੇ ਜ਼ਿੰਦਗੀ ਦੇ ਵਿੱਚ ਸਾਨੂੰ ਪੁਆਇੰਟ ਆ, ਸਮਝ ਲੈਣਾ ਚਾਹੀਦਾ। ਸਾਡੀ ਆਤਮਾ ਤੱਕ ਨਾ ਕਿਸੇ ਸਰੀਰਕ ਰਿਸ਼ਤੇ ਦੀ ਪਹੁੰਚ ਆ, ਨਾ ਮਾਇਆ ਦੀ ਪਹੁੰਚ ਆ, ਨਾ ਦੁਨੀਆ ਦੇ ਵਿੱਚ ਕਿਸੇ ਲੀਡਰ ਦੀ, ਨਾ ਕਿਸੇ ਬਾਬੇ ਦੀ, ਨਾ ਕਿਸੇ ਸੰਤ ਮਹੰਤ ਦੀ ਪਹੁੰਚ ਆ। ਕਿਸੇ ਦੀ ਪਹੁੰਚ ਨਹੀਂ। ਵਿਸ਼ਵਾਸ ਇੱਕ ਗੁਰੂ ਤੇ ਹੋਣਾ ਚਾਹੀਦਾ, ਇੱਕ ਪਰਮੇਸ਼ਰ ਤੇ ਹੋਣਾ ਚਾਹੀਦਾ। ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ, ਰੋਜ਼ ਤੁਸੀਂ ਸਾਰੇ ਸੂਝਵਾਨ ਸਿਆਣੇ ਹੋ ਵੀ ਸਾਡਾ ਜਿਹੜਾ ਵਿਸ਼ਵਾਸ ਆ ਨਾ ਉਹ ਗੁਰੂ ਨਾਲੋਂ ਅੱਜ ਟੁੱਟ ਚੁੱਕਿਆ। ਇੱਕ ਗੱਲ ਤਾਂ ਥੋੜੀ ਜਿਹੀ ਨੋਟ ਕਰਿਓ ਸਾਰੇ, ਕਿਉਂਕਿ ਆਪਾਂ ਇੱਕ ਗੁਰਮਤ ਦੀ ਕਲਾਸ ਵਿੱਚ ਜੁੜੇ ਹੋਏ ਆ। ਸਾਡਾ ਟੀਚਰ, ਸਾਡਾ ਉਸਤਾਦ ਗੁਰੂ ਗ੍ਰੰਥ ਸਾਹਿਬ ਹੈ। ਜਿੱਥੇ ਸਾਡਾ ਟੀਚਰ ਗੁਰੂ ਗ੍ਰੰਥ ਸਾਹਿਬ ਹੈ, ਮੈਨੂੰ ਇਉਂ ਲੱਗਦਾ ਵੀ ਇਦੋਂ ਪੂਰੀ ਦੁਨੀਆ ਦੇ ਵਿੱਚ ਵਧੀਆ ਟੀਚਰ ਕਿਸੇ ਸਕੂਲ ਕਾਲਜ ਯੂਨੀਵਰਸਿਟੀ 'ਚ ਨਹੀਂ ਮਿਲੂ, ਇਦੋਂ ਵਧੀਆ। ਪਰ ਇੱਕ ਗੱਲ ਧਿਆਨ ਵਿੱਚ ਰੱਖੋ, ਟੀਚਰ ਬਹੁਤ ਵਧੀਆ ਵਧੀਆ ਸਾਨੂੰ ਮਿਲ ਜਾਣਗੇ, ਪਰ ਆਪਾਂ ਜਿਹੜਾ ਲਫ਼ਜ਼ ਵਰਤਿਆ ਇਦੋਂ ਵਧੀਆ ਕਿਤੇ ਨਹੀਂ ਮਿਲੇਗਾ। ਅੱਛਾ, ਜਿੱਥੇ ਇੰਨਾ ਵਧੀਆ ਸਾਨੂੰ ਟੀਚਰ ਮਿਲਿਆਗਾ ਉੱਥੇ ਸਾਨੂੰ ਗੱਲਾਂ ਵੀ ਵਧੀਆ ਹੀ ਕਰ ਲੈਣੀਆਂ ਚਾਹੀਦੀਆਂ। ਜਿਹੜੀ ਗੱਲ ਆਪਾਂ ਇੱਥੇ ਕਰਨੀ ਸੀ, ਕਰਨੀ ਕੀ ਸੀ? ਹੁਣ ਜਿੱਥੇ ਨਾ ਵਧੀਆ ਟੀਚਰ ਹੋਵੇ ਤੇ ਵਧੀਆ ਬੱਚੇ ਹੋਣ, ਉਹਨਾਂ ਬੱਚਿਆਂ ਨੂੰ ਆਪਾਂ ਇੱਕ ਗੱਲ ਪੁੱਛਣੀ ਆ। ਕੀ ਪੁੱਛਣੀ ਆ? ਪੁੱਤ ਜੀ ਤੁਸੀਂ ਟੀਚਰ ਕੋਲੇ ਕੀ ਲੈਣ ਜਾਂਦੇ ਹੋ? ਆਪਾਂ ਦੋ ਤਿੰਨ ਗੱਲਾਂ ਕਹਿ ਦੋ, ਉੱਥੇ ਆਪਸ਼ਨਾਂ ਦੇ ਦੋ। ਰੋਟੀ ਲੈਣ ਜਾਂਦੇ ਹੋ? ਉਹ ਕਹਿੰਦੇ ਨਾ। ਮਾਇਆ ਲੈਣ ਜਾਂਦੇ ਹੋ? ਕਹਿੰਦੇ ਨਾ। ਅੱਛਾ, ਉੱਥੇ ਤੰਦਰੁਸਤੀ ਮਿਲਦੀ ਆ? ਉਹ ਕਹਿੰਦੇ ਨਾ।
ਉੱਥੇ ਕਿਸੇ ਤਰ੍ਹਾਂ ਦਾ ਹੋਰ ਲਾਲਚ ਦਿੱਤਾ ਜਾਂਦਾ। ਉਹ ਕਹਿੰਦੇ ਨਾ, ਕੀ ਲੈਣ ਜਾਂਦੇ ਹੋ? ਉਹ ਕਹਿੰਦੇ ਗਿਆਨ ਲੈਣ ਜਾਂਦੇ ਆ, ਸਿਆਣਪ ਲੈਣ ਜਾਂਦੇ ਆ, ਟੀਚਰ ਸਿਆਣੇ ਤੋਂ ਨਾ ਅਸੀਂ ਮੱਤ ਬੁੱਧ ਲੈਣ ਜਾਂਦੇ ਆ। ਇਹ ਸਵਾਲ ਦਾ ਜਵਾਬ ਸਿਆਣਾ ਬੱਚਾ ਦੇਊਗਾ, ਅਸੀਂ ਹੋਰ ਨਹੀਂ ਕੁਝ ਵੀ ਲੈਣ ਜਾਂਦੇ। ਸਾਡੇ ਜੀਵਨ 'ਚ ਸਵਾਰਥ ਨਹੀਂ ਹੈ ਵੀ ਅਸੀਂ ਟੀਚਰ ਕੋਲੇ ਗਏ ਤੇ ਟੀਚਰ ਦੀ ਘੱਟੋ ਘੱਟ ਨਾ ਬਹੁਤਾ ਲੱਖ ਸਵਾ ਲੱਖ ਰੁਪਈਆ ਤਨਖਾਹ, ਤੇ ਉਹਨੇ ਸਾਨੂੰ ਨਾ ਆਪਣੀ ਤਨਖਾਹ ਦੇ ਵਿੱਚੋਂ 5-7 ਹਜ਼ਾਰ ਦੇਣ ਦਾ ਪ੍ਰਣ ਕਰ ਲਿਆ, ਅਸੀਂ ਤਾਂ ਉਹ ਲੈਣ ਜਾਂਦੇ ਹੁੰਦੇ ਆ ਨਾ। ਕੀ ਲੈਣ ਗਏ ਨੇਗੇ ਉੱਥੇ? ਕੇਵਲ ਤੇ ਕੇਵਲ ਗਿਆਨ ਲੈਣ ਗਏ ਨੇ। ਕਾਸ਼ ਆਪਾਂ ਇਸ ਗੱਲ ਤੇ ਹੈਰਾਨੀ ਮੰਨੋ, ਅਸੀਂ ਵੀ ਆਪਣੇ ਆ ਗੁਰੂ ਟੀਚਰ ਕੋਲੇ ਬਾਕੀ ਸਾਰਾ ਕੁਝ ਛੱਡ ਕੇ ਇੱਕੋ ਹੀ ਦਾਤ ਲੈਣ ਆ ਜਾਈਏ। ਗਿਆਨ ਮਿਲ ਜਾਵੇ, ਚਾਹੇ ਮੈਨੂੰ ਥੋੜਾ ਮਿਲ ਜਾਵੇ ਤੇ ਚਾਹੇ ਮੈਨੂੰ ਬਹੁਤ ਮਿਲ ਜਾਵੇ, ਉਹ ਮਰਜ਼ੀ ਤੇਰੀ ਆ, ਬਸ ਮੇਰੇ ਅੰਦਰ ਦੀ ਭਾਵਨਾ ਬਣ ਜੇ। ਤੇ ਜਿਹੜੀ ਗੱਲ ਆਪਾਂ ਕਰਦੇ ਸੀ, ਆਪਾਂ ਸਿਆਣੇ ਗੁਰੂ ਦੇ ਸਿਆਣੇ ਬੱਚੇ ਆ, ਜਿੰਨੇ ਤੁਸੀਂ ਸਜੇ ਬੈਠੇ ਹੋਗੇ ਗੁਰਮਤਿ ਦੀ ਕਲਾਸ ਵਿੱਚ ਜੁੜੇ ਹੋ। ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਡਿਸਕਸ ਕਰਨੀ ਆ, ਗੱਲਬਾਤ ਕਰਨੀ ਆ। ਇੱਕ ਦਿਨ ਅਜਿਹਾ ਸੈਸ਼ਨ ਹੋਵੇ, ਕਿਉਂਕਿ ਸਕੂਲ ਦੇ ਵਿੱਚ ਵੀ ਅਲੱਗ-ਅਲੱਗ ਸੈਸ਼ਨ ਹੁੰਦੇ ਆ ਨਾ, ਵੀ ਅੱਜ ਫਲਾਨੀ ਦਾ, ਅੱਜ ਫਲਾਨੀ ਚੀਜ਼ ਦਾ, ਅੱਜ ਫਲਾਨੀ ਦਾ। ਇੱਥੇ ਵੀ ਚਲੋ ਮੰਨ ਲਓ ਵੀ ਰੋਜ਼ ਆਪਾਂ ਕੀਰਤਨ ਸੁਣਦੇ ਆ ਤਾਂ ਕੀਰਤਨ ਬੰਦ ਹੋਵੇ ਇੱਕ ਦਿਨ, ਭਾਈ ਮਹੀਨੇ 'ਚ ਇੱਕ ਦਿਨ ਅਸੀਂ ਕੀਰਤਨ ਨਹੀਂ ਕਰਨਾ, ਮਹੀਨੇ 'ਚ ਇੱਕ ਦਿਨ ਕਥਾ ਅਸੀਂ ਨਹੀਂ ਕਰਨੀ, ਉਦੋਂ ਹੀ ਕਰਨੀ ਆ, ਨਾ ਕਥਾ ਸੁਣਨੀ ਹੈ ਨਾ ਕਰਨੀ ਹੈ। ਗੁਰੂ ਸਾਡਾ ਸਾਡੇ ਕੋਲੇ ਮੌਜੂਦ ਹੋਵੇਗਾ ਤੇ ਅਸੀਂ ਉਸ ਦਿਨ ਜਿੰਨੀ ਸੰਗਤ ਭਾਵ ਜਿੰਨੇ ਬੱਚੇ ਵਿਦਿਆਰਥੀ ਆਉਣਗੇ ਸਾਰਿਆਂ ਦੇ ਨਾਲ ਗੱਲਾਂ ਹੀ ਕਰਨੀਆਂ ਨੇ। ਉਹ ਗੱਲਾਂ ਕਿਵੇਂ ਕਰਨੀਆਂ ਨੇ? ਇੱਕ ਦੂਜੇ ਨੂੰ ਪੁੱਛਣਾ ਹੀ ਆ, ਕੀ ਲੈਣਾ ਆ, ਬਸ ਪੁੱਛਣਾ ਹੀ ਆ। ਆਪਾਂ ਜਿੱਥੇ ਜਿੱਥੇ ਚਲੋ ਆਪਣਾ ਪ੍ਰੇਮ ਆ ਨਾ, ਵੀ ਚਲੋ ਇਹ ਮੇਰਾ ਮਿੱਤਰ ਆ, ਮੇਰਾ ਦੋਸਤ ਆ, ਮੇਰੀ ਗੱਲ ਦਾ ਗੁੱਸਾ ਨਹੀਂ ਮੰਨੂਗਾ, ਪੁੱਛਣਾ ਆਪਾਂ ਇੱਕ ਦੂਜੇ ਨੂੰ, ਭਾਈ ਤੂੰ ਰੋਜ਼ ਦੇਖ, ਮੈਨੂੰ ਪਤਾ ਤੇਰੀਆਂ ਅੱਖਾਂ 'ਚ ਨੀਂਦ ਰੜਕਦੀ ਹੁੰਦੀ ਆ, ਆਪਾਂ ਕਹਿ ਸਕਦੇ ਨਾ, ਕਿਉਂਕਿ ਮਿੱਤਰ ਆਪਣਾ। ਉੱਠਣਾ ਔਖਾ, ਦੇਖ ਇਸ ਵੇਲੇ ਨੀਂਦ ਬਹੁਤ ਹਲੋਰੇ ਮਾਰਦੀ ਆ, ਫਿਰ ਤੂੰ ਕਿਉਂ ਆਉਣਾ ਇੱਥੇ, ਕੀ ਕਰਨਾ ਹੈਗਾ? ਪੁੱਛਣਾ ਆਪਾਂ, ਉਹ ਦੱਸੂ ਅੱਗੇ ਵੀ ਕੀ ਕਰਨਾ ਹੈ ਮੈਂ। ਹੁਣ ਜੇ ਤਾਂ ਗੁਰੂ ਦੀ ਮੱਤ ਮੁਤਾਬਕ ਉਹਨੇ ਜਵਾਬ ਦੇ ਦਿੱਤਾ, ਫਿਰ ਤਾਂ ਕਹਾਂਗੇ ਵੀ ਤੂੰ ਵਿਦਿਆਰਥੀ ਸਾਡਾ ਦੋਸਤ ਬਹੁਤ ਚੰਗਾ, ਕਿਉਂ? ਤੂੰ ਸਹੀ ਗੱਲ ਦਾ ਜਵਾਬ ਦੇਤਾ। ਤੇ ਜੇ ਭਾਈ ਅਜੇ ਆਪਾਂ ਦੇਣ ਲੈਣ ਤੇ ਖੜੇ ਆ, ਵੀ ਮੈਂ ਤਾਂ 5 ਰੁਪਏ ਮੱਥਾ ਟੇਕ ਕੇ, ਕੋਈ ਪੁੱਤ ਲੈਣ ਆਇਆ, ਕੋਈ ਦੁੱਧ ਲੈਣ ਆਇਆ, ਕੋਈ ਕੋਰੋਨਾ ਤੋਂ ਬਚਣ ਆਇਆ, ਕੋਈ ਕੁਛ ਕਰਨ ਆਇਆ, ਕੋਈ ਕੁਛ ਕਰਨ ਆਇਆ, ਫਿਰ ਮੰਨਾਂਗੇ ਵੀ ਤੂੰ ਫਿਰ ਗਲਤ ਭਾਵਨਾ ਲਈ ਫਿਰਦਾ ਯਾਰ, ਫੇਰ ਕਹਿਣਾ ਪਊਗਾ ਨੂੰ। ਇਹ ਇੱਕ ਦਿਨ ਮਹੀਨੇ ਦਾ ਸੈਸ਼ਨ, ਮਹੀਨੇ ਤੋਂ ਬਾਅਦ ਇੱਕ ਦਿਨ ਦਾ ਸੈਸ਼ਨ ਹੋਵੇ, ਹੈ ਨਾ ਇਦਾਂ ਦਾ। ਫਿਰ ਕੀ ਆ, ਫਿਰ ਸਾਨੂੰ ਗੁਰੂ ਨੇ ਜ਼ਰੂਰ ਮੱਤ ਦੇਣੀ ਹੈ। ਮੇਰਾ ਪੁੱਤ ਕਿੰਨਾ ਸਿਆਣਾ ਹੋ ਗਿਆ, ਅੱਗੇ ਰੋਜ਼ ਮੈਂ ਬੋਲਦਾ ਹੁੰਦਾ ਸੀ, ਹੁਣ ਮੈਨੂੰ ਮੇਰੇ ਪੁੱਤ ਨੇ ਨਾ ਬੋਲਣੋਂ ਬੰਦ ਕਰਤਾ ਤੇ ਆਪ ਹੀ ਬੋਲਣ ਲੱਗ ਗਿਆ, ਤੇ ਗੁਰੂ ਖੁਸ਼ ਹੋਊਗਾ ਵੀ ਮੈਂ ਨਾ ਕਿੱਦੇ ਦਾ ਤੈਨੂੰ ਬੋਲਣ ਵਾਸਤੇ ਤਿਆਰ ਕਰੀ ਨਾ, ਤੂੰ ਬੋਲ ਕੁਛ, ਬੋਲ ਸੋ ਧਰਮੜੀ ਆ, ਮੋਨ ਕਤ ਧਾਰੀ ਰਾਮ। ਐਵੇਂ ਨਾ ਕਹਿੰਦੀ ਮੈਂ ਧਰਮੀ ਆ, ਮੈਂ ਤਾਂ ਨਾ ਬੋਲਣਾ ਨਹੀਂ, ਇੱਥੇ ਬੋਲਣਾ, ਪਰ ਇੱਕ ਦਿਨ ਮਹੀਨੇ 'ਚ ਤੂੰ ਬੋਲਣਾ, ਮਹੀਨੇ 'ਚ ਲਾ ਲਓ 15 ਦਿਨਾਂ 'ਚ ਲਾ ਲਓ, ਇੱਕ ਦਿਨ ਬੋਲਣਾ। ਤਾਂ ਆਪਸ ਵਿੱਚ ਗੱਲਬਾਤ ਕਰਨੀ ਹੈ। ਕੀ ਲੈਣਾ ਆ ਭਾਈ? ਅੰਗਾਇਆ ਬਿਨਾਂ ਵਜ੍ਹਾ ਤੋਂ ਨਾ ਜੀ ਕੁਛ ਲੈ ਕੇ ਜਾਈ, ਤੇ ਲੈਣਾ ਕੀ ਆ ਉਹ ਗੁਰੂ ਨੇ ਸਾਨੂੰ ਦੱਸ ਦਿੱਤਾ। ਚਲੋ ਮੈਂ ਨਹੀਂ ਕਹਿੰਦਾ ਵੀ ਆਪਣੀ ਭਾਵਨਾ ਇਹ ਨਾ ਹੋਵੇ ਵੀ ਕੁਛ ਗੁਰੂ ਤੋਂ ਮੰਗਣਾ ਨਹੀਂ, ਮੰਗਣਾ ਜ਼ਰੂਰ ਆ, ਪਰ ਉਹ ਮੰਗ ਲਓ ਜਿਹਦੇ ਵਿੱਚ ਸਾਰਾ ਕੁਛ ਹੀ ਆ ਜੇ। ਗਿਆਨ ਮੰਗ ਲਓ, ਬੁੱਧ ਮੰਗ ਲਓ, ਗੁਰੂ ਤੋਂ ਭਾਵ ਵਿਚਾਰ ਮੰਗ ਲਓ, ਉਹ ਵਿਚਾਰ ਦੇ ਵਿੱਚ ਸਾਰੀ ਸੁੱਖ ਨੇ। ਜੋ ਪ੍ਰਭ ਗੋਬਿੰਦ ਕੀ ਸੇਵਾ, ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਹੀਐ। ਗੁਰੂ ਸਾਹਿਬ ਕਹਿੰਦੇ ਜਿਹੜਾ ਸੁੱਖ ਫਿਰ ਇਦਾਂ ਡਿਸਕਸ ਕਰਕੇ, ਗਿਆਨ ਦੀ ਦਾਤ ਲੈ ਕੇ, ਗਿਆਨੀ ਬਣ ਕੇ, ਅਕਲ ਲੈ ਕੇ ਗੁਰੂ ਤੋਂ ਸੁੱਖ ਮਿਲਣਾ ਨਾ, ਇਹ ਰਾਜਿਆਂ ਕੋਲੇ ਸੁੱਖ ਨਹੀਂ ਹੈ। ਇੱਕ ਗੱਲ ਮੈਨੂੰ ਮੈਥੋਂ ਹਟਿਆ ਨਹੀਂ ਜਾਣਾ, ਜ਼ਰੂਰ ਕਹੀ ਜਾਊਗੀ। ਅੱਜ ਤਾਂ ਰਾਜਿਆਂ ਨੂੰ ਅਸੀਂ ਗੁਰਦੁਆਰੇ ਬਣਾਉਣ ਲੱਗ ਗਏ, ਰਾਜੇ, ਪਰ ਰਾਜੇ ਨਹੀਂ, ਨੰਗ ਰਾਜੇ। ਆ ਜੀ ਕੀ ਦੇ ਜੇ 20-50 ਦੀ ਗਰੰਟ, ਉਹ ਕੀ ਦੇ ਦੂ ਨੰਗ ਬੰਦਾ, ਕੀ ਦੇ ਦੂ ਆਪਾਂ ਨੂੰ? ਸੋਚੋ, ਛਿੱਤਰ ਖਾਈ ਜਾਂਦੇ ਆ, ਹਾਲਾਤ ਕੀ ਬਣੇ ਪਏ ਨੇ, ਸਾਡਾ ਧਿਆਨ ਕਿੱਥੇ ਆ? ਅਸੀਂ ਨੀਂਹ ਪੱਥਰ ਰੱਖਣਾ ਜੀ, ਅਸੀਂ ਫਲਾਨੀ ਚੀਜ਼ ਲੈਣੀ ਹੈ, ਅਸੀਂ ਇਮਕੀ ਚੀਜ਼ ਲੈਣੀ ਹੈ, ਬਹੁਤ ਚੀਜ਼ ਲੈਣੀ ਆ, ਅਸੀਂ ਲਾਇਬ੍ਰੇਰੀ ਨੂੰ 27 ਲੱਖ ਲੈਣਾ ਹੈਗਾ। ਕਿਹੜੀਆਂ ਲਾਇਬ੍ਰੇਰੀਆਂ ਦੀ ਗੱਲਾਂ ਕਰਦੇ ਹੋ? ਕਿ ਕਥਾ ਸੁਣਨ ਦਾ 10 ਮਿੰਟ ਆਪਣੇ ਕੋਲ ਟਾਈਮ ਨਹੀਂ, ਨਿਤਨੇਮ ਕਰਨ ਦਾ ਟਾਈਮ ਨਹੀਂ, ਜਪਜੀ ਸਾਹਿਬ ਪੜ੍ਹਨ ਦਾ ਟਾਈਮ ਨਹੀਂ, ਕਿਹੜੀ ਲਾਇਬ੍ਰੇਰੀ ਨੂੰ ਕਿਹੜੇ ਸਿਰ ਤੇ ਚੱਕੋਗੇ? ਸੋਚ ਕੇ ਦੇਖੋ।
ਜਿਹੜਾ ਲਾਇਬ੍ਰੇਰੀ ਮੁਹੱਈਆ ਕਰਾ ਰਿਹਾ ਹੈਗਾ ਉਹਨੂੰ ਪੁੱਛ ਲਓ, ਤੈਨੂੰ 10 ਗੁਰੂਆਂ ਦੇ ਨਾਂ ਆਉਂਦੇ ਨੇ, ਕਿਸੇ ਦੇਸ਼ ਭਗਤ ਦੇ ਨਾਂ ਆਉਂਦੇ ਨੇ, ਪੁੱਛ ਕੇ ਦੇਖੋ। ਬਸ ਕਹਿ ਗਿਆ ਵੀ ਹਾਂ ਸਾਨੂੰ ਬਾੜ ਲਓ, ਉਹਦੇ ਘਰੇ ਬਾੜ ਲਓ, ਸਾਡੀ ਜਿਹੜੀ ਔਕਾਤ ਆ ਉਹ ਖਤਮ ਹੋ ਚੁੱਕੀ ਆ, ਅਸੀਂ ਕਿਸੇ ਨਾ ਕਿਸੇ ਬਹਾਨੇ ਤੁਹਾਡੇ ਘਰੇ ਆਉਣਾ। ਉਹ ਤਾਂ ਭਾਈ ਖੰਭ ਬਚਾਉਂਦੇ ਫਿਰਦੇ ਨੇ, ਕਿੱਥੇ ਖੜੇ ਆਪਾਂ? ਸੋਚ ਕੇ ਦੇਖੋ। ਦੁੱਖ ਹੈ ਇਸ ਗੱਲ ਦਾ ਵੀ ਸਾਡੇ ਹਾਲਾਤ ਕੀ ਨੇ। ਸਾਡੀ ਭਾਵਨਾ ਵੀ ਖਬ ਨਹੀਂ ਕੋਈ ਲੀਡਰ ਸਾਨੂੰ 2-4 ਲੱਖ ਦੀ ਗ੍ਰਾਂਟ ਦੇ ਜੇ ਨਾ ਵੀ ਉਹਦੇ ਨਾਲ ਸਾਨੂੰ ਸੁੱਖ ਮਿਲ ਜੂ, 0% ਵੀ ਨਹੀਂ ਮਿਲਣਾਗਾ। ਜੇ ਉੱਥੋਂ ਸੁੱਖ ਮਿਲਦਾ ਫਿਰ ਗੁਰਦੁਆਰੇ ਆਉਣੋਂ ਹਟ ਜਾਓ। ਕਿਉਂ? ਕਿਉਂਕਿ ਫਿਰ ਗੁਰਦੁਆਰੇ ਆਉਣ ਦਾ ਕੋਈ ਮਤਲਬ ਨਹੀਂ। ਇੱਥੇ ਤਾਂ ਗੁਰੂ ਸਾਹਿਬ ਨੇ ਲਿਖਿਆ, ਸੁੱਖ ਚਾਹੁਣਾ ਗੁਰੂ ਦੀ ਵਿਚਾਰ ਅਪਣਾ ਲੈ, ਜੇ ਸੁੱਖ ਨਹੀਂ ਚਾਹੁੰਦਾ ਫਿਰ ਤੂੰ ਕਿਤੇ ਮਰਜੀ ਜਾ, ਤੂੰ ਆਜ਼ਾਦ ਆ। ਬਸ ਇੰਨੀ ਗੱਲ ਹੀ ਆ। ਪਰ ਇਹ ਸਾਡਾ ਧਿਆਨ ਪਤਾ ਨਹੀਂ ਕਿਉਂ ਕਿਸੇ ਦੇ ਹੱਥਾਂ ਦੇ ਖੜਾ ਗਾ। ਬਸ ਬਚੋ, ਗੁਰੂ ਨਾਲ ਜੁੜੀਏ ਆਪਾਂ, ਫਿਰ ਹੀ ਸਾਡੀ ਜ਼ਿੰਦਗੀ ਸੋਹਣੀ ਬਣ ਸਕਦੀ ਆ। ਚਲੋ ਆਪਾਂ ਗੱਲ ਕਰ ਰਹੇ ਸੀ, ਪਾਤਸ਼ਾਹ ਕਹਿੰਦੇ ਨਾ, ਮਾਤ ਪਿਤਾ ਸੁੱਤ ਸਾਥ ਨਾ ਮਾਇਆ। 5 ਚੀਜ਼ਾਂ ਦਾ ਨਾਂ ਲੈਤਾ ਗਾ, ਮਾਂ, ਪਿਓ, ਪੁੱਤ, ਸਾਥ, ਸਾਥੀ, ਤੇ 4 ਹੋ ਗਏ ਨਾ। 5ਵਾਂ ਮਾਇਆ, ਤੇਰੀ ਆਤਮਾ ਤੱਕ ਸੁੱਖ। ਇਹਨਾਂ 5 ਨੇ ਨਹੀਂ ਭੇਜਣਾ ਗਾ, ਇਹਨਾਂ 5 ਨੇ ਆਤਮਾ ਤੱਕ ਸੁੱਖ ਨਹੀਂ ਭੇਜਣਾ। ਤੇ ਆਤਮਾ ਮਨ ਅੰਦਰ ਹੀ ਸੁੱਖ ਬਣੇ ਤਾਂ ਅਸੀਂ ਬਾਹਰੋਂ ਸੁਖੀ ਹੋ ਸਕਦੇ ਆ। ਜੇ ਬਾਹਰੋਂ ਸੁਖੀ ਦੀ ਗੱਲ ਕਰੀਏ ਨਾ, ਅੰਦਰੋਂ ਕਲਪੇ ਹੋਏ ਆ ਤਾਂ ਸਾਨੂੰ ਟੇਕ ਸ਼ਾਂਤੀ ਸੁੱਖ ਕਿਤੋਂ ਵੀ ਨਹੀਂ ਮਿਲੇਗਾ। ਫਿਰ 5ਵੇਂ ਪਾਤਸ਼ਾਹ ਕਹਿੰਦੇ ਨੇ, ਸਾਧ ਸੰਗ ਸਭ ਦੁੱਖ ਮਟਾਇਆ। ਗੁਰੂ ਕੋਲੇ ਪਹੁੰਚ ਕੇ ਗੁਰੂ ਦੇ ਸਤ ਸੰਗੀ ਜਿਹੜੇ ਦਿਲੋਂ ਜੁੜੇ ਹੋਏ ਨਾ, ਉਹਨਾਂ ਨਾਲ ਆਪਸੀ ਗੱਲਾਂ ਬਾਤਾਂ ਕਰਕੇ ਦੁੱਖ ਮਿਟਾ ਸਕਦੇ ਹਾਂ ਅਸੀਂ। ਉੱਥੇ ਦੁੱਖ ਮਿਟਣਗੇ ਸਾਡੇ, ਹੋਰ ਨਹੀਂ ਕਿਤੇ ਮਿਟਦੇਗੇ। ਸੋਚ ਕੇ ਦੇਖੋ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਤਿੱਖਾ ਭੂਖ ਬਹੁਤ ਤਪਤ ਵਿਆਪਿਆ। ਮੇਰੇ ਅੰਦਰ ਬੜੀ ਤੇਹ ਸੀ, ਮੇਰੇ ਅੰਦਰ ਬੜੀ ਭੁੱਖ ਸੀ, ਮੇਰੇ ਅੰਦਰ ਬੜੀ ਤਪਸ਼ ਸੀ। ਤਪਸ ਭਾਵ ਹੀਟ ਬਹੁਤ ਜ਼ਿਆਦਾ, ਮੇਰੇ ਅੰਦਰ ਗਰਮੈਸ਼ ਸੀ। ਉਹ ਕਿਹੜੀ ਗਰਮੈਸ਼? ਇਦਾਂ ਬਾਹਰੀ ਕੋਈ ਗਰਮੈਸ਼ ਨਹੀਂ, ਭਾਵ ਅੰਦਰੋਂ ਕਲਪਿਆ ਹੋਇਆ। ਉਹ ਭਾਵੇਂ ਕੋਈ ਕਰਨ ਪਾਟਾ ਜੋਗੀ ਆ, ਭਾਵੇਂ ਕੋਈ ਗੋਰਖਨਾਥ ਆ, ਭਾਵੇਂ ਕੋਈ ਭੂਮੀਆਂ ਚੋਰ ਆ, ਭਾਵੇਂ ਕੋਈ ਉਹ ਸਧਨਾ ਕਸਾਈ ਆ, ਬੁਰੇ ਕਰਮ ਕਰਨ ਵਾਲਾ ਅੰਦਰੋਂ ਕਲਪਿਆ ਹੁੰਦਾ, ਮੱਚਿਆ ਹੁੰਦਾ, ਅੰਦਰੋਂ ਸੜਿਆ ਹੁੰਦਾ ਗਾ। ਭਾਵੇਂ ਉਹ ਗੜ੍ਹ ਸ਼ੰਕਰ ਦਾ ਜੋਗੀ ਮਹੇਸ਼ ਰਾਮ, ਕੋਈ ਵੀ ਆ। ਇੱਥੇ ਗੁਰੂ ਸਾਹਿਬ ਕਹਿੰਦੇ ਫਿਰ ਸਾਡੇ ਅੰਦਰ ਦੇ ਹਾਲਾਤ ਆ ਨੇ। ਅਸੀਂ ਤਪਤੇ ਹੋਏ ਆ, ਭਟਕੇ ਹੋਏ ਆ, ਅਸੀਂ ਅੰਦਰੋਂ ਭੁੱਖੇ ਆ, ਅਸੀਂ ਅੰਦਰੋਂ ਪਿਆਸੇ ਆ, ਤਿਹਾਏ। ਜਿਹੜੀ ਗੱਲ ਇਹ ਕੀਤੀ ਹੈ ਨਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਬਿਲਾਵਲ ਰਾਗ ਦੇ ਵਿੱਚ ਅੰਗ ਨੰਬਰ 804 ਤੇ ਸੁਸ਼ੋਭਤ ਆ। ਭੁਲੇਖਾ ਨਾ ਖਾ ਜਾਓ ਤੁਸੀਂ, ਬਾਹਲੇ ਜ਼ਿਆਦੇ ਸਿਆਣੇ ਦਾਨੇ ਪੁਰਖੋਂ। ਦਾਨੇ ਤੋਂ ਭਾਵ ਹੁੰਦਾ ਅਤੀ ਸਿਆਣਾ। ਤੁਹਾਡੇ ਅੰਦਰ ਸ਼ੰਕਾ ਨਹੀਂ ਰਹਿਣਾ ਚਾਹੀਦਾ। ਮੇਰੇ ਵਰਗੇ ਅੰਦਰ ਸ਼ੰਕਾ ਪੈਦਾ ਹੋ ਸਕਦੀ ਆ ਵੀ ਗੁਰੂ ਜੋ ਕਹਿੰਦਾ ਗਲਤ ਕਹਿੰਦਾ ਕਿ ਸਹੀ ਕਹਿੰਦਾ, ਕਿੱਥੇ ਲਿਖਿਆ ਕਿੱਥੇ ਨਹੀਂ ਲਿਖਿਆਗਾ। ਇਹਦਾ ਜਵਾਬ ਪੋਥੀ ਤੋਂ ਲੈ ਲਓ, ਗੁਰੂ ਗ੍ਰੰਥ ਸਾਹਿਬ ਤੋਂ ਲੈ ਲਓ, ਮਿਲੂਗਾ। ਪੋਥੀ ਪਰਮੇਸ਼ਰ ਕਾ ਥਾਨ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ ਨਾ, ਸੀਤਲ ਭਏ ਹਰ ਹਰ ਜਸ ਜਾਪਿਆ। ਹੁਣ ਮੇਰਾ ਮਨ ਆ ਭਾਈ ਸੀਤਲ ਹੋ ਗਿਆ। ਸੀਤਲ ਭਏ, ਠੰਡਾ ਠਾਰ ਹੋ ਗਿਆ। ਹਰ ਹਰ ਹਰੀ ਪਰਮਾਤਮਾ ਦਾ ਸੁੱਧ ਸੰਦੇਸ਼ ਲੈਣ ਦੇ ਲਈ ਮੈਂ ਅੰਦਰੋਂ ਠੰਡਾ ਠਾਰ ਹੋ ਗਿਆ। ਹਰ ਅੰਦਰੋਂ ਭਾਵ ਪਵਿੱਤਰ ਹੋ ਗਿਆ। ਮੇਰੇ ਅੰਦਰ ਦਾ ਰੂਹਾਨੀਅਤ ਪੱਖ ਆ ਜਿਹੜਾ ਉਹ ਸੋਹਣਾ ਬਣ ਗਿਆ। ਫਿਰ ਕੀ ਆ? ਹਰ ਗੁਣ ਜਾਪਿਆ। ਮੇਰੇ ਅੰਦਰ ਹਰੀ ਪਰਮਾਤਮਾ ਦੇ ਗੁਣ ਆ ਜਿਹੜੇ ਉਹ ਬੋਲਣੇ ਸ਼ੁਰੂ ਹੋ ਗਏ, ਜਪਣੇ ਸ਼ੁਰੂ ਹੋ ਗਏ। ਮੈਂ ਬੇਪਰਵਾਹ ਹੋ ਗਿਆ। ਮੈਨੂੰ ਹੁਣ ਕਿਸੇ ਦੀ ਮੁਤਾਜੀ ਨਹੀਂ ਹੈ, ਮੈਨੂੰ ਕਿਸੇ ਨਾਲ ਹੁਣ ਕੋਈ ਲਗਾ ਨਹੀਂ ਹੈ। ਜਿਵੇਂ ਮੰਨ ਲਓ 10ਵੇਂ ਪਾਤਸ਼ਾਹ ਦੇ ਅੰਦਰ ਹੀ ਲਗਾ ਬਣ ਸਕਦਾ ਵੀ ਯਾਰ ਕੀ ਪਤਾ ਔਰੰਗਜ਼ੇਬ ਤੱਕ ਕਦੋਂ ਲੋੜ ਪੈ ਜੇ। ਪਰ ਉਹਨਾਂ ਨੂੰ ਤਾਂ ਲੋੜ ਬਹੁਤ ਜ਼ਿਆਦਾ ਸੀ। 101% ਕਹਿ ਲਓ ਆਪਾਂ। ਥੋੜਾ ਜਿਹਾ ਇਤਿਹਾਸਕ ਨੁਕਤੇ ਤੋਂ ਤੇ ਗੁਰੂ ਸਾਹਿਬ ਦੀ ਸੋਚ ਤੋਂ ਆਪਾਂ ਪਾਸੇ ਹੋ ਕੇ ਗੱਲ ਕਰਦੇ ਆ। ਜੇ ਸਾਡੇ ਵਾਲੀ ਭਾਵਨਾ ਗੁਰੂ ਵਾਲੀ ਹੁੰਦੀ ਨਾ, ਗੁਰੂ ਕੋਲੇ ਹੁੰਦੀ ਨਾ, ਕੀ ਪਤਾ ਕਦੋਂ ਲੋੜ ਪੈ ਜੇ ਔਰੰਗਜ਼ੇਬ ਤੱਕ। ਔਰੰਗਜ਼ੇਬ ਕੌਣ? ਅੱਜ ਦਾ ਮੋਦੀ। ਅੱਜ ਦਾ ਮੋਦੀ ਔਰੰਗਜ਼ੇਬ ਆ ਨਾ। ਉਹ ਭਾਵ ਕੀ ਪਤਾ ਕਦੋਂ ਲੋੜ ਪੈ ਜੇ। ਤਾਂ ਸੋਚਦੇ ਫਿਰ ਗੁਰੂ ਸਾਹਿਬ ਜੀ ਦੇ ਕੋਈ ਵੀ ਪੁੱਤ ਸ਼ਹੀਦ ਨਹੀਂ ਸੀ ਹੁੰਦੇਗੇ, ਨਾ ਬਾਪ ਸ਼ਹੀਦ ਹੋਣਾ ਸੀ, ਨਾ ਮਾਤਾ ਨੇ ਠੰਡੇ ਬੁਰਜ ਵਿੱਚ ਰਹਿਣਾ ਸੀ, ਨਾ ਮਾਤਾ ਨੇ ਰੋੜੇ ਖਾਣੇ ਸੀ, ਕੋਰੜੇ ਖਾਣੇ ਸੀ, ਨਹੀਂ ਖਾਣੇ ਸੀਗੇ।
ਜੇ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚ ਲੈਂਦਾ, ਕੀ ਪਤਾ ਕਦੋਂ ਲੋੜ ਪੈ ਜਾਓ, ਚਲੋ ਕੋਈ ਗੱਲ ਨਹੀਂ, ਆਪਾਂ ਔਰੰਗਜ਼ੇਬ ਦੇ ਆਖੇ ਲੱਗ ਜਾਓ, ਜਿਵੇਂ ਉਹ ਕਹਿੰਦਾ ਨਾ ਆਪਾਂ ਉਵੇਂ ਕਰ ਲਓ। ਪਰ ਸਦਕੇ ਜਾਈਏ ਮੇਰੇ ਮਾਲਕ ਤੋਂ, ਜਿਹਨੇ ਸਮਝੌਤਾ ਨਹੀਂ ਕੀਤਾ। ਕੀ ਕਿਹਾਗਾ? ਸਾਨੂੰ ਲੋੜ ਨਹੀਂ, ਜਿੱਦੇ ਤੈਨੂੰ ਲੋੜ ਪੈਗੀ ਨਾ ਤੂੰ ਆ ਸਕਦਾ। ਇਹ 10ਵੇਂ ਜਾਮੇ 'ਚ ਗੱਲ ਕਹੀ ਆ, 7ਵੇਂ ਜਾਮੇ 'ਚ ਵੀ ਗੱਲ ਕਹੀ ਆ, ਪਹਿਲੇ ਜਾਮੇ 'ਚ ਵੀ ਗੱਲ ਕਹੀ ਆ। ਜਿੱਦੇ ਤੈਨੂੰ ਲੋੜ ਪੈਗੀ ਨਾ ਤੂੰ ਆ ਜੀ, ਅਸੀਂ ਤੇਰੇ ਕੋਲੇ ਨਹੀਂ ਆਵਾਂਗੇ। ਤੂੰ ਆਵੇਂਗਾ, ਜੀ ਆਇਆ ਨੂੰ, ਤੇਰੀ ਮੰਗ ਪੂਰੀ ਹੋਵੇਗੀ, ਪਰ ਸਾਨੂੰ ਲੋੜ ਨਹੀਂ ਪਵੇਗੀ। ਸਿੱਖਾ, ਸਾਡਾ ਵਿਸ਼ਵਾਸ ਵੀ ਆ ਬਣ ਜੇ, ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਗੁਰੂ ਦੀ ਮੱਤ ਲੈ ਕੇ, ਗੁਰ ਕੀ ਮੱਤ ਤੂੰ ਲੈ ਆਨੇ, ਗੁਰੂ ਦੀ ਮੱਤ ਨਿਆਣੇ ਸੀ ਪ੍ਰਾਪਤ ਕਰਕੇ ਅੰਦਰੋਂ ਠੰਡੇ ਠਾਰ ਹੋ ਗਏ। ਹੁਣ ਸਾਨੂੰ ਕਿਸੇ ਦੀ ਲਗਾ ਨਹੀਂ ਰਹੀ, ਕਿਸੇ ਦੀ ਮੁਥਾਜੀ ਨਹੀਂ ਰਹੇਗੀ। ਫਿਰ 5ਵੇਂ ਪਾਤਸ਼ਾਹ ਲਾਸਟ ਵਿੱਚ ਜ਼ਿਕਰ ਕਰਦੇ ਨੇ, ਕੋਟ ਜਤਨ ਸੰਤੋਖ ਨਾ ਪਾਇਆ। ਸੰਤੋਖ ਕਿਸੇ ਤਰੀਕਿਆਂ 'ਚ ਨਹੀਂ ਹੈ, ਸੰਤੋਖ ਗੁਰੂ ਨਾਲ ਜੁੜਿਆ ਚ। ਸਬਰ, ਸੰਤੋਖ, ਹਾਂ ਉਹ ਸਾਡੀ ਅਵਸਥਾ ਇੱਕ ਅਲੱਗ ਆ। ਭਾਵੇਂ ਅਸੀਂ ਕਿੰਨੇ ਮਰਜ਼ੀ ਆਰਥਿਕ ਪੱਖੋਂ ਕਮਜ਼ੋਰ ਆ, ਤੇ ਭਾਵੇਂ ਅਸੀਂ ਕਿੰਨੇ ਮਰਜ਼ੀ ਆਰਥਿਕ ਪੱਖੋਂ ਚੰਗੇ ਆ, ਉਹ ਇੱਕ ਅਲੱਗ ਵਿਸ਼ਾ। ਅਸੀਂ ਅਮੀਰ ਹੋਣ ਦੇ ਬਾਵਜੂਦ ਵੀ ਸੰਤੋਖੀ ਆ, ਜਾਂ ਗਰੀਬ ਹੋਣ ਦੇ ਬਾਵਜੂਦ ਵੀ ਸੰਤੋਖੀ ਆ। ਇੱਥੇ ਗੱਲ ਇਹ ਨਹੀਂ ਹੁੰਦੀ ਵੀ ਜਿੰਨੀਆਂ ਬੰਦੇ ਕੋਲੇ ਸਹੂਲਤਾਂ ਨੇ ਉਹ ਤਾਂ ਸੰਤੋਖੀ ਹੋਵੇਗਾ। ਹੋ ਸਕਦਾ ਜਿੰਨੀਆਂ ਵੱਧ ਸਹੂਲਤਾਂ ਉਹਨਾਂ ਸਾਡਾ ਸਬਰ ਵੱਧ ਹੱਲਿਆ ਹੋਵੇ, ਜਿੰਨੀਆਂ ਘੱਟ ਸਹੂਲਤਾਂ ਤੇ ਸਾਡੇ ਜੀਵਨ 'ਚ ਸੰਤੋਖ ਹੋਵੇ। ਗੱਲ ਅਮੀਰੀ ਨਾਲ ਜਾਂ ਲੋੜਾਂ ਦੇ ਪਦਾਰਥਾਂ ਨਾਲ ਜੁੜ ਕੇ ਸੰਤੋਖ ਜਾਂ ਨਾ ਸੰਤੋਖ ਦੀ ਨਹੀਂ ਹੈ। ਬਸ ਜਿਨ੍ਹਾਂ ਨੂੰ ਮਾਲਕ ਦੀ ਬਾਣੀ ਦੀ ਸੂਝ ਆ ਗਈ, ਗਿਆਨ ਆ ਗਿਆ, ਉਹ ਸੰਤੋਖੀ ਬਣ ਜਾਂਦੇ ਨੇ। ਉਹ ਭਾਵੇਂ ਆਪਣੇ ਘਰ ਦੇ ਵਿੱਚ ਲੱਖਾਂ 'ਚ ਖੇਡਦੇ ਨੇ, ਤੇ ਭਾਵੇਂ ਉਹ ਆਪਣੇ ਘਰ ਦੇ ਵਿੱਚ ਕੱਖਾਂ ਵਿੱਚ ਠੇਡੇ ਖਾਂਦੇ ਨੇ। ਗੱਲ ਇੰਨੀ ਆ। ਫਿਰ ਪਾਤਸ਼ਾਹ ਜੀ ਕਹਿੰਦੇ, ਕੋਟ ਜਤਨ ਸੰਤੋਖ ਨਾ ਪਾਇਆ, ਮਨ ਤ੍ਰਿਪਤਾਨਾ। ਮੈਂ ਕੀ ਕੀਤਾਗਾ? ਹਰ ਗੁਣ ਗਾਇਆ। ਮੈਂ ਤਾਂ ਹਰੀ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਦੇਹ ਭਗਤ ਪ੍ਰਭ ਅੰਤਰ ਜਾਮੀ। ਇੱਥੇ ਭੱਬਾ ਗੱਗਾ ਤੱਤੇ ਨੂੰ ਹੁਸ਼ਿਆਰੀ, ਅਰਥ ਕੀ ਬਣ ਗਿਆ? ਮੈਨੂੰ ਭਗਤੀ ਕਰਨ ਵਾਲਾ ਗੁਣ ਦੇ ਦੇ। ਦੇਹ ਭਗਤ ਪ੍ਰਭ ਅੰਤਰਜਾਮੀ, ਹੇ ਦਿਲਾਂ ਦੀਆਂ ਜਾਣਨ ਵਾਲਿਆ, ਮੈਨੂੰ ਭਗਤੀ ਕਰਨ ਵਾਲਾ ਗੁਣ ਦੇ ਦੇ। ਨਾਨਕ ਕੀ ਬੇਨੰਤੀ ਸੁਆਮੀ, ਮੇਰੀ ਤੇਰੇ ਚਰਨਾਂ ਵਿੱਚ ਆ ਬੇਨਤੀ ਹੈ। ਆਪਾਂ ਵੀ ਇਹੀ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਨੂੰ ਕਿਸੇ ਦਾ ਮੁਥਾਜ ਨਾ ਕਰੀ। ਇੱਕ ਨਾ ਮਾਨ ਸਿੰਘ ਝੌਰ ਆ, ਉਹਨੇ ਕਿਤਾਬ ਲਿਖੀ ਆ, ਵਾਹਿਗੁਰੂ ਕਿਵੇਂ ਦਿਸਦਾ। ਉਹਦੇ ਵਿੱਚ ਵਾਰ-ਵਾਰ ਨਾ ਇੱਕ ਗੱਲ ਲਿਖੀ ਆ, ਵਾਰ-ਵਾਰ ਪੂਰੀ ਕਿਤਾਬ ਦੇ ਵਿੱਚ ਵਾਰ-ਵਾਰ ਇੱਕ ਗੱਲ ਲਿਖੀ ਆ। ਕਿਹੜੀ? ਧੰਨ ਗੁਰੂ ਰਾਮਦਾਸ, ਮੈਨੂੰ ਕਰੀ ਨਾ ਕਿਸੇ ਦਾ ਮੁਥਾਜ। ਬੇਸ਼ੱਕ ਉਹ ਇੱਕ ਲੇਖ ਲਿਖਿਆ ਕਿਸੇ ਦਾਨੇ ਪੁਰਖ ਦੇ ਜੀਵਨ ਦੇ ਨਾਲ ਸੰਬੰਧਿਤ। ਰੱਬੀ ਪਿਆਰਾ ਗੁਰੂ ਰਾਮਦਾਸ ਮਹਾਰਾਜ ਕੋਲ ਜਾਂਦਾ ਤੇ ਜਾ ਕੇ ਬੇਨਤੀ ਕਰਦਾ, ਮੈਨੂੰ ਕਿਸੇ ਦਾ ਮੁਥਾਜ ਨਾ ਕਰੀ, ਬਸ ਮੈਨੂੰ ਸਭ ਕੁਝ ਹੀ ਪ੍ਰਾਪਤ ਹੋ ਗਿਆ। ਮੈਂ ਮੰਨਾਂਗਾ ਜੇ ਮੈਂ ਕਿਸੇ ਦਾ ਮੁਥਾਜ ਹੋ ਗਿਆ ਨਾ ਤਾਂ ਮੇਰਾ ਜੀਵਨ ਗਿਰ ਗਿਆ। ਉਹਨੇ ਪੂਰੀ ਕਿਤਾਬ ਦੇ ਵਿੱਚ ਇਹ ਵਾਕ, ਇਹ ਤੁਕ, ਇਹ ਅੱਖਰ ਵਾਰ-ਵਾਰ ਲਿਖੇ ਨੇ। ਉਹ ਵੀਰ ਵੱਲ ਉਂਗਲ ਕਰਕੇ, ਉਹਦੇ ਭਰਾ ਵੱਲ ਨਾ ਉਂਗਲ ਕਰਕੇ, ਵੀ ਉਹ ਕੀ ਕਹਿੰਦਾਗਾ, ਇਸ਼ਾਰਾ ਕੀ ਕਰਦਾ, ਉਹਦੇ ਵਾਂਗੂ ਹੀ ਅਸੀਂ ਇਹ ਕਹਿਣ ਲੱਗ ਜੀਏ, ਧੰਨ ਗੁਰੂ ਰਾਮਦਾਸ, ਸਾਨੂੰ ਕਰੀ ਨਾ ਕਿਸੇ ਦਾ ਮੁਥਾਜ। ਸਾਡੀ ਜ਼ਿੰਦਗੀ ਫਿਰ ਇਹੀ ਬਣ ਸਕਦੀ ਹੈ। ਕਿਹੜੀ? ਨਾਨਕ ਕੀ ਬੇਨੰਤੀ ਸੁਆਮੀ, ਸਾਡੀ ਵੀ ਬੇਨਤੀ ਮਾਲਕ ਜੀ ਉਹ ਤੁਸੀਂ ਸੁਣ ਲਵੋ, ਤੇ ਉਹ ਸੁਣੇਗਾ ਜ਼ਰੂਰ। ਉਹ ਸਮਾਂ ਦੂਰ ਨਹੀਂ ਹੈ, ਪਰ ਆਪਾਂ ਨੂੰ ਵਿਸ਼ਵਾਸ ਬਣਾਉਣਾ ਜ਼ਰੂਰੀ ਹੈ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਆ। ਭੁੱਲਾਂ ਦੀ ਖਿਮਾ ਸ਼ਬਦ ਦੀ ਵਿਚਾਰ ਕੀਤੀ ਹੈ। ਰੱਬ ਰਹਿਆ ਪ੍ਰਭ ਸਭ ਮੈਂ ਆਪੇ, ਹਰ ਜਪ ਰਸਨਾ ਦੁੱਖ ਨਾ ਵਿਆਪੈ। ਮਾਲਕ ਦਾ ਨਾਮ ਜਪਣ ਦੇ ਨਾਲ